ਧੰਨ ਵਾਹਿਗੁਰੂ ਜੀਓ। ਨਾਂਗੇ ਆਵਨੋ ਨਾਂਗੇ ਜਾਣਾ, ਕੋਇ ਨ ਰਹਿ ਰਾਜਾ ਰਾਣਾ। ਰਾਮ ਰਾਜਾ ਨੌ ਨਿਧ ਮੇਰੈ, ਸੰਪੈ ਹੇਤ ਕਲਤ ਧਨ ਤੇਰੈ। ਰਹਾਉ ਆਵਤ ਸੰਗ ਨਾ ਜਾਤ ਸੰਗਾਤੀ, ਕਹਾ ਪਇਓ ਦਰ ਬਾਂਧੇ ਹਾਥੀ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਨ ਕਿਆ ਲੈ ਗਿਆ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਾਂ ਸਭਨਾਂ ਨੂੰ ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਸਾਂਝਿਆਂ ਕਰਨ ਦਾ ਯਤਨ ਕਰ ਰਹੇ ਹਾਂ। ਪਿਛਲੇਰੇ ਦੀਵਾਨਾਂ ਤੋਂ ਰਾਗ ਭੈਰੋ ਵਿਚਲੇ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਵਿਚਾਰਨੇ ਆਪਾਂ ਪ੍ਰਾਰੰਭ ਕੀਤੇ ਨੇ। ਇਹ ਦੂਸਰਾ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1157 ਅਤੇ 58 ਦੇ ਉੱਪਰ ਰਾਗ ਭੈਰੋ ਦੇ ਵਿੱਚ ਇਹ ਸ਼ਬਦ ਸੁਭਾਇਮਾਨ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਕੁਦਰਤ ਦੀਆਂ ਉਹ ਸੱਚਾਈਆਂ ਜੋ ਸਾਡੇ ਸਾਰਿਆਂ ਦੇ ਨਾਲ ਅਤੇ ਸਾਡੇ ਆਲੇ ਦੁਆਲੇ ਹਰ ਵਕਤ ਵਾਪਰਦੀਆਂ ਨੇ, ਆਪਣੇ ਅਗਿਆਨ ਕਾਰਨ ਅਤੇ ਅਗਿਆਨ ਵਿੱਚੋਂ ਉਪਜੇ ਹੋਏ ਭਰਮ ਕਾਰਨ, ਜਿਨ੍ਹਾਂ ਦੇ ਉੱਤੇ ਮਨੁੱਖ ਅੰਦਰੂਨੀ ਤੌਰ ਦੇ ਉੱਤੇ ਯਕੀਨ ਨਹੀਂ ਕਰ ਪਾਉਂਦਾ ਅਤੇ ਜਿਸ ਸੱਚ ਨੂੰ ਸੱਚ ਵਾਂਗ ਮਹਿਸੂਸ ਨਹੀਂ ਕਰਦਾ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੇ ਸਾਨੂੰ ਉਹ ਸੱਚ ਮਹਿਸੂਸ ਕਰਨ ਦੀ ਪ੍ਰੇਰਣਾ ਆਪਣੀ ਹਰ ਇੱਕ ਪੰਕਤੀ ਅੰਦਰ, ਹਰ ਇੱਕ ਸ਼ਬਦ ਰਾਹੀਂ ਕੀਤੀ ਹੈ। ਭਗਤ ਕਬੀਰ ਸਾਹਿਬ ਮਹਾਰਾਜ ਨੇ ਰਹਾਉ ਦੇ ਬੰਦ ਵਿੱਚ ਦੋ ਤਰ੍ਹਾਂ ਦੇ ਜੀਵਨ ਦੀ ਤੁਲਨਾ ਕੀਤੀ ਹੈ। ਇੱਕ ਉਹ ਜੀਵਨ ਹੈ ਜਿਹੜਾ ਇਸ ਸੱਚ ਤੋਂ ਵਿਦਿਤ ਹੈ, ਜਾਣੂ ਹੈ
ਕਿ ਜੀਵਨ ਦੀ ਹੱਦ ਕੀ ਹੈ, ਜੀਵਨ ਦੀ ਸੀਮਾ ਕੀ ਹੈ, ਔਰ ਇਹ ਜੋ ਕੁਝ ਵੀ ਹੈ ਇਹਦੀ ਪਾਇਆ ਕੀ ਹੈ, ਇਹਦੀ ਅਹਿਮੀਅਤ ਕੀ ਹੈ, ਜਾਂ ਇਹ ਕਿੰਨਾ ਚਿਰ ਵਾਸਤੇ ਹੈ। ਦੂਸਰਾ ਉਹ ਹੈ ਜੋ ਕੇਵਲ ਜਿਹੜੀਆਂ ਜਿਹੜੀਆਂ ਚੀਜ਼ਾਂ ਉਸ ਦੇ ਦਾਇਰੇ ਵਿੱਚ ਨੇ, ਮਨੁੱਖ ਦੇ ਦਾਇਰੇ 'ਚ ਨੇ, ਉਹ ਉਹਨਾਂ ਨੂੰ ਹੀ ਸਾਰਾ ਕੁਝ ਮੰਨ ਕੇ, ਉਹਨਾਂ ਨੂੰ ਹੀ ਅਖੀਰਲਾ ਸੱਚ ਸਮਝ ਕੇ, ਉਹਨਾਂ ਦੇ ਮੋਹ ਵਿੱਚ ਵੀ ਗਲਤਾਨ ਹੈ, ਉਹਨਾਂ ਲਈ ਲੋਭ ਵੀ ਕਰਦਾ ਹੈ, ਵਾਸ਼ਨਾਗ੍ਰਸਤ ਵੀ ਹੁੰਦਾ ਹੈ, ਅਤੇ ਫਿਰ ਉਹਨਾਂ ਵਿੱਚੋਂ ਹੀ ਉਹ ਦੁੱਖ ਭੋਗਦਾ ਹੈ। ਅਤੇ ਅਖੀਰ ਜਦੋਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਪੱਲਾ ਛੁੱਟਦਾ ਹੈ ਅਤੇ ਮਨੁੱਖ ਦੇ ਅੰਦਰ ਕੁਰਲਾਹਟ ਮੱਚਦੀ ਹੈ, ਤਕਲੀਫ ਹੁੰਦੀ ਹੈ। ਇਹ ਦੋ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਭਗਤ ਕਬੀਰ ਸਾਹਿਬ ਮਹਾਰਾਜ ਨੇ ਰਹਾਉ ਦੇ ਬੰਦ ਵਿੱਚ ਹੀ ਬਿਆਨ ਕਰ ਦਿੱਤੀ ਹੈ। ਪਹਿਲਾ ਹੈ, ਉਹਨਾਂ ਨੇ ਸ਼ਬਦ ਮੇਰਾ ਅਤੇ ਤੇਰਾ ਵਰਤਿਆ ਕਿ ਮੇਰੇ ਕੋਲ ਆਹ ਚੀਜ਼ ਹੈ, ਹੇ ਸੰਸਾਰ ਦੇ ਮਨੁੱਖ ਤੇਰੇ ਕੋਲ ਆਹ ਚੀਜ਼ ਹੈ। ਤੇਰੀ ਵਸਤੂ ਦੀ ਅਹਿਮੀਅਤ ਆ ਹੈ ਅਤੇ ਮੇਰੇ ਕੋਲ ਜਿਹੜੀ ਚੀਜ਼ ਹੈ ਉਹਦੀ ਵਡਿਆਈ ਅਤੇ ਉਹਦੀ ਪ੍ਰਭਤਾ ਇਹ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਰਾਮ ਰਾਜਾ ਨਉ ਨਿਧ ਮੇਰਾ। ਰਾਮ ਦਾ ਅਰਥ ਹੈ ਵਿਆਪਿਆ ਹੋਇਆ ਪਰਮੇਸ਼ਰ। ਰਮਤ ਰਾਮ ਸਭ ਰਹਿਓ ਸਮਾਏ, ਜੋ ਸਾਰਿਆਂ ਦੇ ਵਿੱਚ ਹੈ। ਰਾਜਾ ਦਾ ਮਤਲਬ ਹੈ ਜੋ ਮਾਲਕ ਹੈ, ਜਿਹਦੀ ਰਾਜਗੀ ਹੈ, ਜਿਹਦਾ ਰਾਜ ਹੈ, ਜਿਹਦਾ ਹੁਕਮ ਹੈ, ਜਿਹਦੀ ਸੱਤਾ ਹੈ। ਨੌ ਨਿਧ ਦਾ ਮਤਲਬ ਹੈ ਵੀ ਹਰ ਤਰ੍ਹਾਂ ਦੇ ਖਜ਼ਾਨੇ, 9 ਨਿਧਾਂ, 9 ਖਜ਼ਾਨੇ, 9 ਤਰ੍ਹਾਂ ਦੇ ਖਜ਼ਾਨੇ, ਭਾਵ ਦੌਲਤ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਸਰਵ ਵਿਆਪਕ ਪਰਮੇਸ਼ਰ ਦਾ ਜਿਸ ਦਾ ਹੁਕਮ ਚੁਫੇਰੇ ਵਰਤਦਾ ਹੈ, ਜਿਸ ਦਾ ਪ੍ਰਭਾਵ ਕੁੱਲ ਖਲਕਤ ਮਖਲੂਕ ਉੱਤੇ ਹੈ, ਜੋ ਸਾਰੀ ਕੁਦਰਤ ਉੱਤੇ ਰਾਜ ਕਰਦਾ ਹੈ, ਉਸ ਸਰਵ ਵਿਆਪੀ ਵਾਹਿਗੁਰੂ ਦਾ ਨਾਮ ਮੇਰੇ ਲਈ ਅਸਲ ਖਜ਼ਾਨਾ ਹੈ ਅਤੇ ਉਹ ਮੇਰੇ ਹਿਰਦੇ 'ਚ ਹੈ। ਉਹਦੀ ਯਾਦ, ਉਹਦੇ ਗੁਣ, ਉਹਦੀ ਹੋਂਦ ਦਾ ਅਹਿਸਾਸ, ਉਸ ਪਰਮੇਸ਼ਰ ਨਾਲ ਜੁੜੇ ਰਹਿਣਾ, ਉਹਦਾ ਚਿੰਤਨ ਕਰਨਾ, ਤਾਂ ਕਿ ਮਨ ਔਰ ਆਤਮਾ ਸ਼ੁੱਧ ਅਤੇ ਪਾਕ ਰਹੇ, ਪਵਿੱਤਰ ਰਹੇ, ਕਰਮ ਉਜਲਾ ਰਹੇ। ਮੈਂ ਜੀਵਨ ਦੇ ਸੱਚ ਨੂੰ ਮਾਣ ਸਕਾਂ, ਹੰਢਾ ਸਕਾਂ। ਇਹ ਦੌਲਤ ਹੈ ਮੇਰੀ, ਜਿਹੜੀ ਮੇਰੇ ਹਿਰਦੇ ਵਿੱਚ ਹੈ। ਇਹ ਦੌਲਤ ਨਾ ਗਵਾਚਦੀ ਹੈ, ਨਾ ਕੋਈ ਖੋਹ ਸਕਦਾ ਹੈ, ਨਾ ਕੋਈ ਘਟਾ ਸਕਦਾ ਹੈ, ਨਾ ਇਸ ਦੌਲਤ ਨੂੰ ਕੋਈ ਚੋਰ ਚੋਰੀ ਕਰ ਸਕਦਾ ਹੈ, ਨਾ ਠੱਗ ਠੱਗੀ ਮਾਰ ਸਕਦਾ ਹੈ। ਇਹ ਮੇਰੀ ਕਮਾਈ ਹੋਈ ਦੌਲਤ, ਇਹ ਉਧਾਰੀ ਵੀ ਨਹੀਂ ਮਿਲਦੀ ਕਿਤੇ। ਇਹ ਦੌਲਤ ਐਸੀ ਹੈ ਜਿਹੜੀ ਖੁਦ ਮਨੁੱਖ ਕਮਾਉਂਦਾ ਹੈ, ਸੈਲਫ ਪ੍ਰੈਕਟਿਸ ਹੈ, ਅਤੇ ਜਿਹੜਾ ਕਮਾਉਂਦਾ ਉਹਨੂੰ ਜੀਂਦਾ ਵੀ ਹੈ, ਉਹਨੂੰ ਹੰਡਾਉਂਦਾ। ਸੰਸਾਰਕ ਤੌਰ 'ਤੇ ਕਈ ਵਾਰ ਹੁੰਦਾ ਅਸੀਂ ਕਮਾਉਂਦੇ ਹਾਂ ਪਰ ਸਾਨੂੰ ਹੰਡਾਉਣ ਦਾ ਸਬੱਬ ਨਹੀਂ ਬਣਦਾ, ਐਸਾ ਵੀ ਵਾਪਰਦਾ। ਕਮਾਇਆ ਪਰ ਇੱਕੇ ਦਮ ਕਿਤੇ ਖਰਚ ਹੋ ਗਿਆ, ਉਹਨੂੰ ਹੰਡਾਉਣ ਦਾ, ਉਹਨੂੰ ਮਾਨਣ ਦਾ ਸਬੱਬ ਨਹੀਂ ਬਣਿਆ, ਸਮਾਂ ਨਹੀਂ ਬਣਿਆ। ਬਹੁਤੀ ਵਾਰ ਤਾਂ ਅਸੀਂ ਕੇਵਲ ਉਹਨੂੰ ਖੱਟਦੇ ਹਾਂ, ਇਕੱਠਾ ਕਰਦੇ ਹਾਂ, ਢੇਰੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਇਸੇ ਚੱਕਰ ਵਿੱਚ ਹੀ ਸਮਾਂ ਵਿਆਹ ਜਾਂਦਾ ਹੈ। ਫਿਰ ਉਹਨੂੰ ਖਤਰੇ ਵੀ ਹੁੰਦੇ ਨੇ ਕਿ ਜੋ ਮੇਰੇ ਕੋਲ ਹੈ, ਦੂਜਾ ਉਹਦੇ 'ਤੇ ਖਤਰਾ ਬਣ ਕੇ ਮੰਡਰਾਉਂਦਾ ਰਹਿੰਦਾ ਹੈ। ਮੇਰੀ ਥਾਲੀ 'ਚ ਜੋ ਰੋਟੀ ਹੈ ਕਿਤੇ ਚੁੱਕ ਕੇ ਨਾ ਲੈ ਜਾਏ, ਕੋਈ ਘਟਾ ਨਾ ਦੇ, ਕੋਈ ਖੋਹ ਨਾ ਲੈ। ਉਹ ਸੰਸਾਰਕ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਸਦਾ ਹੀ ਖਤਰੇ ਨੇ, ਬਣੇ ਹੀ ਰਹਿੰਦੇ ਨੇ, ਹਰ ਵੇਲੇ ਬਣੇ ਰਹਿੰਦੇ ਨੇ, ਹਰ ਇੱਕ ਨੂੰ ਹੀ ਹੈ। ਪਰ ਇਹ ਜਿਹੜਾ ਨੌਨਿਧ, ਇਹ ਜਿਹੜਾ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਇਹਨੂੰ ਕੋਈ ਖਤਰਾ ਨਹੀਂ। ਇਹ ਮੇਰੀ ਕਮਾਈ ਹੈ ਅਤੇ ਮੈਂ ਇਹਨੂੰ ਹੰਢਾਵਾਂਗਾ। ਜਿੰਨਾ ਮੈਂ ਕਮਾਈ ਜਾ ਰਿਹਾ ਉਹਨਾਂ ਹੰਢਾਈ ਜਾ ਰਿਹਾ, ਉਹਨਾਂ ਨੂੰ ਮਾਣ ਵੀ ਰਿਹਾ ਮੈਂ, ਅਤੇ ਉਹਨੂੰ ਮਾਨਣਾ ਹੈ ਮਾਨਸਿਕ ਔਰ ਆਤਮਿਕ ਤੌਰ 'ਤੇ, ਵਿਹਾਰਕ ਤੌਰ 'ਤੇ। ਉਹ ਜਿਹਦੇ ਕੋਲ ਹੈ ਉਹ ਆਨੰਦ ਵਿੱਚ ਹੈ। ਜਿਸ ਕੋਲ ਇਹ ਚੀਜ਼ ਹੈ ਉਹਦੇ 'ਚ ਸੈਟਿਸਫਾਈ ਹੈ, ਉਹਦਾ ਅੰਤਰਾਤਮਾ ਜਾਣਦਾ ਹੈ, ਉਹ ਖੁਦ ਜਾਣਦਾ ਹੈ ਵੀ ਇਹਦੇ ਵਿੱਚ ਕੀ ਸੁੱਖ ਅਤੇ ਕੀ ਆਨੰਦ ਹੈ। ਉਹਨੂੰ ਬਾਣੀ ਰਚੇਤਾ ਮਹਾਂਪੁਰਖਾਂ ਨੇ ਆਖਿਆ ਵੀ ਇਸ ਆਨੰਦ ਨੂੰ, ਇਸ ਸੁੱਖ ਨੂੰ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ, ਇਹਦਾ ਮੈਂ ਵਿਖਾਵਾ ਨਹੀਂ ਕਰ ਸਕਦਾ। ਬਾਹਰੀ ਦੌਲਤ ਹੋਵੇ ਤਾਂ ਆਪਾਂ ਵਿਖਾਵਾ ਕਰ ਲੈਂਦੇ, ਸਾਡੀ ਪਹਿਰਾਵੇ ਤੋਂ, ਸਾਡੇ ਰਹਿਣ ਤੋਂ, ਸਾਡੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਦੂਜੇ ਨੂੰ ਵੀ ਇਸ ਬੰਦੇ ਦੇ ਕੋਲ ਕਿੰਨੀ ਕੁ ਅਮੀਰੀ ਹੈ। ਕਈ ਵਾਰ ਥੋੜ੍ਹਾ ਵੀ ਹੋਵੇ ਬੰਦਾ ਬਹੁਤਾ ਵਿਖਾਉਂਦਾ, ਬਹੁਤਾ ਹੋਵੇ ਤਾਂ ਬਹੁਤ ਵਿਖਾਉਂਦਾ।
ਇਹਦਾ ਵਿਖਾਵਾ ਨਹੀਂ ਕੀਤਾ ਜਾ, ਇਹਨੂੰ ਤਾਂ ਮਾਣਿਆ ਜਾਂਦਾ। ਅਤੇ ਜਿਹੜਾ ਮਾਨਣ ਵਾਲਾ ਹੈ ਉਹਦਾ ਮਨ, ਉਹਦੀ ਆਤਮਾ, ਉਹਦੀ ਸੁਰਤ ਇਸ ਵਿੱਚ ਭਿੱਜ ਕੇ ਸੁੱਖ ਮਾਣਦੀ ਹੈ। ਦੁਨੀਆ ਦੇ ਲੋਕ ਕਹਿ ਸਕਦੇ ਨੇ ਭਗਤ ਕਬੀਰ ਸਾਹਿਬ ਜੀ ਨੂੰ, ਕੀ ਖੱਟਿਆ ਰੱਬ ਦੇ ਰਾਹ ਤੇ ਤੁਰ ਕੇ, ਸਾਰੀ ਉਮਰ ਤੁਸੀਂ ਕੁੱਲੀ 'ਚ ਹੀ ਬੈਠੇ ਰਹੇ, ਸਾਰੀ ਉਮਰ ਤੁਸੀਂ ਗਰੀਬੀ 'ਚ ਕੱਢੀ, ਗੁਰਬਤ 'ਚ ਕੱਢੀ। ਇਹ ਮੈਟਰ ਨਹੀਂ ਕਰਦੀਆਂ ਚੀਜ਼ਾਂ। ਉਹ ਕਹਿੰਦੇ ਜੋ ਮੈਂ ਮਾਣਿਆ, ਜੋ ਮੈਂ ਹੰਢਾਇਆ, ਜੋ ਮੈਂ ਪਾਇਆ, ਉਹਦੀ ਅਹਿਮੀਅਤ ਵੀ ਮੈਂ ਹੀ ਜਾਣਦਾ। ਮੈਂ ਤੁਹਾਨੂੰ ਉਹ ਬਿਆਨ ਕਰਕੇ ਨਹੀਂ ਦੱਸ ਸਕਦਾ ਅਤੇ ਤੁਸੀਂ ਸਮਝ ਵੀ ਨਹੀਂ ਪਾਓਗੇ, ਤੁਸੀਂ ਜਾਣ ਵੀ ਨਹੀਂ ਪਾਓਗੇ। ਜਿਹਨੇ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ। ਇਹ ਤਾਂ ਉਹੀ ਜਾਣਦਾ ਜਿਹੜਾ ਇਸ ਸਵਾਦ ਨੂੰ ਮਾਣਦਾ, ਜਿਹੜਾ ਇਹਦੇ ਰਸ ਨੂੰ ਚੱਖਦਾ। ਦੂਜੇ ਨੂੰ ਵਿਆਖਿਆ ਨਾਲ ਦੱਸਿਆ ਵੀ ਜਾਏ ਤਾਂ ਉਹਦਾ, ਉਸ ਬੰਦੇ ਨੂੰ ਹੋ ਸਕਦਾ ਉਹਨਾਂ ਨਾ ਸਮਝ ਆਏ ਜਾਂ ਬਿਲਕੁਲ ਵੀ ਨਾ ਆਏ, ਕਿਉਂਕਿ ਇਹ ਜੀਣ ਦੀ ਚੀਜ਼ ਹੈ। ਪਰ ਦੂਜਾ ਪਹਿਲੂ ਹੈ ਜਿਸ ਦੀ ਗੱਲ ਕਬੀਰ ਜੀ ਮਹਾਰਾਜ ਨੇ ਕੀਤੀ। ਉਹ ਕਹਿੰਦੇ ਨੇ ਸੰਪੈ ਹੇਤ ਕਲਤ ਧਨ ਤੇਰਾ। ਸੰਪੈ ਦਾ ਮਤਲਬ ਹੈ ਦੌਲਤ, ਧਨ ਦਾ ਮਤਲਬ ਜਾਇਦਾਦ ਆਦਿਕ। ਕਿ ਧਨ, ਦੌਲਤ, ਜਾਇਦਾਦ, ਪ੍ਰਾਪਰਟੀ, ਚੀਜ਼ਾਂ, ਵਸਤੂਆਂ, ਪਦਾਰਥ, ਇਸਤਰੀ, ਬੱਚੇ, ਪਰਿਵਾਰ, ਸਾਰਾ ਕੁਝ ਜੋ ਸਾਡਾ ਆਲਾ ਦੁਆਲਾ ਹੈ, ਜਿੱਥੋਂ ਤੱਕ ਅਸੀਂ ਸੀਮਤ ਅਤੇ ਮਹਿਦੂਦ ਰਹਿੰਦੇ ਵੀ ਆਹ ਮੇਰੀ ਲਿਮਟ ਹੈ, ਆਹ ਸਾਰਾ ਕੁਝ ਹੀ ਸੰਸਾਰ, ਇਹਦੋਂ ਅੱਗੇ ਸੱਚ ਕੋਈ ਨਹੀਂ ਸੰਸਾਰ ਦਾ। ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਤੇਰੇ ਵਾਸਤੇ ਇਹੀ ਸਾਰਾ ਕੁਝ ਹੈ, ਤੇਰਾ ਹੇਤ ਇਹਨਾਂ ਨਾਲ ਹੈ, ਤੇਰੇ ਵਾਸਤੇ ਸਾਰੀ ਦੁਨੀਆ ਦਾ ਸੱਚ ਇਹੀ ਹੈ, ਤੇਰੇ ਵਾਸਤੇ ਸਾਰੇ ਸੰਸਾਰ ਦੀ ਦੌਲਤ ਇਹੀ ਹੈ। ਤੂੰ ਇਹਨਾਂ 'ਚੋਂ ਹੀ ਸੁੱਖ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ, ਇਹਨਾਂ 'ਚੋਂ ਹੀ ਆਨੰਦ ਅਤੇ ਜੀਵਨ ਦੀ ਸੈਟਿਸਫੈਕਸ਼ਨ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਬਹੁਤੀ ਵਾਰ ਤੈਨੂੰ ਵੇਖਿਆ ਜਾਂਦਾ ਹੈ ਵੀ ਤੂੰ ਜੋ ਇਹਨਾਂ 'ਚੋਂ ਲੱਭਣਾ ਚਾਹੁੰਦਾ ਉਹ ਤੈਨੂੰ ਮਿਲਦਾ ਨਹੀਂ। ਤੂੰ ਫਿਰ ਵੀ ਖੁਸ਼ ਨਹੀਂ ਹੈ, ਫਿਰ ਵੀ ਆਨੰਦ ਵਿੱਚ ਨਹੀਂ ਹੈ, ਫਿਰ ਵੀ ਤੂੰ ਸੈਟਿਸਫਾਈ ਨਹੀਂ ਹੈ, ਫਿਰ ਵੀ ਤੇਰਾ ਅੰਤਰ ਆਤਮਾ ਉਸ ਸਕੂਨ ਨੂੰ ਨਹੀਂ ਮਾਣ ਪਾਉਂਦਾ ਜਿਸ ਸੁੱਖ ਜਾਂ ਸਕੂਨ ਦੀ ਉਮੀਦ ਨਾਲ ਤੂੰ ਇਹ ਸਾਰੀਆਂ ਚੀਜ਼ਾਂ ਦੇ ਨਾਲ ਲਗਾਵ ਪਾਇਆ, ਮੋਹ ਪਾਇਆ, ਪ੍ਰੇਮ ਪਾਇਆ, ਜਾਂ ਇਹਨਾਂ ਨੂੰ ਇਕੱਠਿਆਂ ਕੀਤਾ ਹੈ, ਜਾਂ ਇਹਨਾਂ ਦੇ ਪ੍ਰਤੀ ਜਿਹੜੀ ਤੇਰੇ ਅੰਦਰ ਜਿਗਿਆਸਾ ਹੈ, ਜਿਹੜੀ ਖਿੱਚ ਹੈ, ਜਿਹੜੀ ਤਲਬ ਹੈ, ਭੁੱਖ ਹੈ, ਫਿਰ ਵੀ ਤੈਨੂੰ ਉਸ ਮੁਹਾਜ਼ ਤੱਕ, ਉਸ ਨਤੀਜੇ ਤੱਕ ਨਹੀਂ ਲੈ ਕੇ ਗਈ ਜਿਹੜੇ ਸੁੱਖ ਦਾ ਤੂੰ ਇਹਦੇ 'ਚੋਂ ਨਤੀਜਾ ਜਾਂ ਰਿਜ਼ਲਟ ਕੱਢਣਾ ਚਾਹੁੰਦਾ ਹੈ, ਜਾਂ ਸੁੱਖ ਕੱਢਣਾ ਚਾਹੁੰਦਾ ਹੈ, ਜਾਂ ਅੰਦਰ ਦੀ ਸੈਟਿਸਫੈਕਸ਼ਨ, ਜਾਂ ਤੂੰ ਜਿਹੜੀ ਭੁੱਖ ਪੂਰੀ ਕਰਨਾ ਚਾਹੁੰਦਾ, ਫਿਰ ਵੀ ਨਹੀਂ ਹੁੰਦੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋ ਤਰ੍ਹਾਂ ਦੇ ਜੀਵਨ ਦੀ ਤੁਲਨਾ ਕੀਤੀ ਹੈ। ਇੱਕ ਹੈ ਜਿਹੜਾ ਕੇਵਲ ਪਦਾਰਥ ਵਿੱਚੋਂ ਸੁੱਖ ਮੰਨਣਾ ਚਾਹੁੰਦਾ ਹੈ। ਦੂਜਾ ਉਹ ਜੀਵਨ ਹੈ ਜਿਸ ਨੇ ਆਤਮਿਕ ਤ੍ਰਿਪਤੀ ਦਾ ਅਸਲ ਸਾਧਨ ਖੋਜ ਲਿਆ ਕਿ ਨਹੀਂ, ਪਦਾਰਥ ਲੋੜ ਹੈ, ਪਰ ਜ਼ਰੂਰੀ ਨਹੀਂ ਕਿ ਇਹਦੇ 'ਚੋਂ ਹੀ ਤੁਹਾਨੂੰ ਆਤਮਿਕ ਤ੍ਰਿਪਤੀ ਜਾਂ ਅੰਦਰ ਦਾ ਸੁੱਖ ਮਿਲੇ। ਇਹ ਘਟ ਵੀ ਸਕਦਾ ਹੈ, ਵੱਧ ਵੀ ਸਕਦਾ ਹੈ। ਅਤੇ ਜਦੋਂ ਅਸੀਂ ਇਹਦੇ 'ਚੋਂ ਹੀ ਤ੍ਰਿਪਤੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜੀਵਨ ਸਫਲ ਹੀ ਇਹਦੇ ਚੀਜ਼ ਨਾਲ ਹੋਣਾ ਹੈ, ਜਿਸ ਦਿਨ ਘਟਿਆ ਉਦੋਂ ਤਕਲੀਫ ਹੁੰਦੀ ਹੈ, ਅਤੇ ਜਦੋਂ ਵੱਧ ਹੁੰਦਾ ਫਿਰ ਵੀ ਬੰਦਾ ਰੱਜਦਾ ਨਹੀਂ। ਉਹ ਕਹਿੰਦੇ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਤਾਂ ਉਹ ਜਿਹੜੀ ਚੀਜ਼ ਹੈ ਉਹਦੇ ਵਿੱਚੋਂ ਫਿਰ ਵੀ ਮਨੁੱਖ ਜਦੋਂ ਹੋਰ ਦੇ ਚੱਕਰ 'ਚ ਵਿੱਚ ਵੀ ਹੁੰਦਾ ਹੈ ਤਾਂ ਬਹੁਤਾ ਵੀ ਪਾਉਂਦਾ ਹੈ, ਤਾਂ ਪਾ ਕੇ ਵੀ ਉਹਦੇ ਅੰਦਰ ਭਾਵੇਂ ਜਿੰਨਾ ਉਹਨੇ ਟੀਚਾ ਮਿਥਿਆ ਕਈ ਵਾਰ ਉਦੋਂ ਵੀ ਅੱਗੇ ਲੰਘ ਜਾਂਦਾ ਹੈ। ਪਰ ਉਹ ਰੇਗਿਸਤਾਨ ਦੇ ਵਿੱਚ ਭੱਜਣ ਵਾਲੇ, ਮਾਰੂਥਲ ਵਿੱਚ ਭੱਜਣ ਵਾਲੇ ਹਿਰਨ ਵਾਂਗ ਉਹਨੂੰ ਓੜਕ ਨੂੰ ਉਹ ਜਗ੍ਹਾ ਨਹੀਂ ਲੱਭਦੀ ਜਿਸ ਵਾਸਤੇ ਉਹ ਭੱਜ ਰਿਹਾ, ਜਾਂ ਜਿਹੜੀ ਚੀਜ਼ ਦੀ ਉਹ ਤਲਾਸ਼ ਕਰ ਰਿਹਾ ਉੱਥੋਂ ਤੱਕ ਨਹੀਂ ਪਹੁੰਚਦਾ। ਜੀਵਨ ਦੀ ਖੇਡ ਮੁੱਕ ਜਾਂਦੀ ਹੈ। ਅਤੇ ਫਿਰ ਐਸੀ ਸਥਿਤੀ ਵਿੱਚ ਹੀ ਕਬੀਰ ਜੀ ਮਹਾਰਾਜ ਸਮਝਾਉਂਦੇ ਨੇ, ਨਾਂਗੇ ਆਵਨ ਨਾਂਗੇ ਜਾਣਾ, ਨੰਗਾ ਹੀ ਆਇਆ ਸੈਂ ਨੰਗਾ ਹੀ ਜਾਏਗਾ। ਭਾਵ ਨਾ ਤੂੰ ਸੰਸਾਰ ਦੇ ਅੰਦਰ ਧਨ ਪਦਾਰਥ ਦੀ ਪੰਡ ਬੰਨ੍ਹ ਕੇ ਲਿਆਇਆ, ਤੂੰ ਆਇਆ ਅਤੇ ਇੱਥੇ ਦੇ ਜੋੜ ਤੋੜ ਵਿੱਚ ਤੂੰ ਜੀਵਿਆ, ਚੀਜ਼ਾਂ ਇਕੱਠੀਆਂ ਕੀਤੀਆਂ ਨੇ, ਕੁਝ ਗਵਾਇਆ, ਕੁਝ ਪਾਇਆ, ਇੱਕ ਦੌੜ 'ਚ ਰਿਹਾ, ਇੱਕ ਸਟਰਗਲ 'ਚ ਰਿਹਾ। ਜਿਸ ਦਿਨ ਸਰੀਰ 'ਚੋਂ ਸਾਹ ਨਿਕਲਣਗੇ ਇਹ ਢੇਰ ਇੱਥੇ ਹੀ ਰਹਿ ਜਾਣਾ ਹੈ। ਜਿਵੇਂ ਪਹਿਲੇ ਛੱਡ ਗਏ ਉਵੇਂ ਤੂੰ ਛੱਡ ਜਾਏਗਾ।
ਜਿਵੇਂ ਪਹਿਲੇ ਤਿਆਗ ਗਏ ਉਵੇਂ ਤੂੰ ਵੀ ਤਿਆਗ ਜਾਏਗਾ। ਇਹ ਖੇਡ ਉਹਨਾਂ ਕੁ ਚਿਰ ਹੀ ਚੱਲਦੀ ਹੈ ਜਿੰਨਾ ਕੁ ਚਿਰ ਸਰੀਰ 'ਚ ਸਾਹ ਜਾਂ ਸਰੀਰ 'ਚ ਤਾਕਤ ਰਹਿੰਦੀ ਹੈ, ਹਰਕਤ ਰਹਿੰਦੀ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਕੋਈ ਨਾ ਰਹਿ ਰਾਜਾ ਰਾਣਾ। ਇਸ ਸੱਚ ਨੂੰ ਸਮਝ ਲੈ, ਭਾਵੇਂ ਕੋਈ ਬਹੁਤ ਵੱਡਾ ਰਾਜਾ, ਬਾਦਸ਼ਾਹ, ਚੱਕਰਵਰਤੀ, ਕੋਈ ਨਹੀਂ ਰਹਿੰਦਾ ਇੱਥੇ। ਨਾ ਕੰਗਾਲ ਰਹਿੰਦਾ, ਨਾ ਬਾਦਸ਼ਾਹ ਰਹਿੰਦਾ। ਅਖੀਰ ਉੱਠ ਕੇ ਉਹਨਾਂ ਨੂੰ ਜਾਣਾ ਪੈਂਦਾ। ਜੀਵਨ ਦੀ ਖੇਡ ਹੀ ਇਹ ਹੈ। ਅਵਧੀ ਇੰਨੀ ਕੁ ਹੈ, ਸਮਾਂ ਇੰਨਾ ਕੁ ਹੈ, ਹੱਦ ਇੰਨੀ ਕੁ ਹੈ। ਰਹਿੰਦਾ ਕੋਈ ਨਹੀਂ, ਟਿਕਦਾ ਕੋਈ ਨਹੀਂ। ਸਾਰਿਆਂ ਦਾ ਹਸ਼ਰ ਇਸੇ ਤਰ੍ਹਾਂ ਹੀ ਹੁੰਦਾ ਹੈ। ਰਾਜਾ ਪਰਜਾ ਸਮ ਕਰ ਮਾਰੈ ਸੋ ਕਾਲ ਬਿਡਾਨੀ ਰੇ। ਕਿ ਉਹਦੇ ਸਾਹਮਣੇ ਤਾਂ ਭਾਵੇਂ ਰਾਜਾ ਹੋਵੇ, ਪਰਜਾ ਹੋਵੇ, ਰੰਕ ਹੋਵੇ, ਰਾਓ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਤਾਕਤਵਰ ਹੋਵੇ, ਸਾਰੇ ਇੱਕੇ ਤਰੀਕੇ ਨਾਲ ਹੀ ਟਰੀਟ ਹੁੰਦੇ ਨੇ। ਸਾਰਿਆਂ ਨਾਲ ਇੱਕੋ ਜਿਹਾ ਹੀ ਵਾਪਰਦਾ ਹੈ। ਇਸ ਲਈ ਸਾਨੂੰ ਸਮਝਾਉਂਦਿਆਂ ਹੋਇਆਂ ਕਿਹਾ, ਆਵਤ ਸੰਗ ਨਾ ਜਾਤ ਸੰਗਾਤੀ। ਨਾ ਹੀ ਸਾਡੇ ਨਾਲ ਇਹ ਚੀਜ਼ਾਂ ਆਈਆਂ ਅਤੇ ਨਾ ਹੀ ਸਾਡੇ ਨਾਲ ਜਾਣਗੀਆਂ। ਵੀ ਨਾ ਇਹ ਆਈਆਂ ਨੇ, ਨਾ ਸਾਡੇ ਨਾਲ ਜਾਣਗੀਆਂ। ਨਿਭਣ ਵਾਲੀਆਂ ਨਹੀਂ, ਨਾ ਕਿਤੇ ਲਿਜਾਣੀਆਂ ਨੇ, ਨਾ ਕਿਤੋਂ ਆਈਆਂ ਨੇ। ਇੱਥੋਂ ਦੀ ਮਿੱਟੀ ਹੈ, ਖੂਹ ਦੀ, ਖੂਹ ਦੇ ਵਿੱਚ ਹੀ ਲੱਗਣੀ ਹੈ। ਸਭ ਇੱਥੋਂ ਦਾ ਪਸਾਰਾ ਹੈ, ਇਹਦੇ ਵਿੱਚ ਹੀ ਸਮਾਂ ਹੰਡਾਉਣਾ ਹੈ, ਅਤੇ ਇਹ ਪਸਾਰਾ ਇਸੇ ਤਰ੍ਹਾਂ ਹੀ ਰਹਿ ਜਾਣਾ। ਧਨ ਧਰਤੀ ਤਨ ਹੋਏ ਗਏ ਧੂੜ। ਮਿੱਟੀ ਦੀਆਂ ਚੀਜ਼ਾਂ ਮਿੱਟੀ 'ਚ ਨੇ, ਅਤੇ ਸਰੀਰ ਵੀ ਆਖਰ ਮਿੱਟੀ 'ਚ ਹੀ ਰਲ ਜਾਂਦਾ ਹੈ। ਤੋ ਸਤਿਗੁਰੂ ਜੀ ਫਰਮਾਉਂਦੇ ਨੇ, ਕਹਾ ਭਇਓ ਦਰ ਬੰਧੇ ਹਾਥੀ। ਕੀ ਹੋ ਗਿਆ? ਤੂੰ ਆਪਣੇ ਇਸ ਥੋੜ੍ਹ ਵਿੱਤੇ ਜੇ ਜੀਵਨ ਵਿੱਚ ਜੇ ਤਾਕਤ ਪਾ ਲੈਣਾ ਹੈ, ਅਤੇ ਤਾਕਤ ਦਾ ਗਰੂਰ ਅਤੇ ਹੰਕਾਰ ਅਤੇ ਵਿਖਾਵਾ ਕਰਦਾ ਹੈ। ਕੀ ਹੋਇਆ ਜੇ ਤੇਰੇ ਦਰਵਾਜ਼ੇ ਦੇ ਉੱਤੇ ਹਾਥੀ ਵੱਜੇ? ਪੁਰਾਣੇ ਸਮਿਆਂ 'ਚ ਜਿਸ ਕੋਲ ਹਾਥੀ ਹੈ, ਬਹੁਤ ਵੱਡੇ ਅਮੀਰ ਰਈਸ ਲੋਕ, ਚੌਧਰੀ ਸਿਕਦਾਰ ਲੋਕ, ਪੂਰੇ ਰੱਜੇ ਪੁੱਜੇ ਬੰਦੇ ਮੰਨੇ ਜਾਂਦੇ, ਪਰ ਹਾਥੀ ਪਾਲਦੇ ਨੇ ਅਗਲੇ। ਜਾਨੀ ਕਿ ਬਹੁਤ ਅਮੀਰੀ ਦੀ ਨਿਸ਼ਾਨੀ। ਏਡਾ ਵੱਡਾ ਜੀਵ ਪਾਲਣਾ, ਉਹਨੂੰ ਸੰਭਾਲਣਾ ਬੜੀ ਅਮੀਰੀ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਜਿਹਦੇ ਦਰਵਾਜ਼ੇ 'ਤੇ ਸਵਾਰੀ ਵਾਸਤੇ ਹਾਥੀ ਵੱਜੇ ਹੋਣ, ਵੀ ਉਹਨੇ ਸਵਾਰੀ ਕਰਨੀ ਹੈ, ਅਤੇ ਹਾਥੀ ਦੇ ਹੌਦੇ ਵਿੱਚ ਬੈਠ ਕੇ ਸਵਾਰੀ ਕਰੇਗਾ। ਭਾਵ ਇੱਕ ਸਟੇਟਸ ਸਿੰਬਲ ਹੈ ਅਮੀਰੀ ਦਾ, ਵਡਿਆਈ ਦਾ, ਪ੍ਰਭੁਤਾ ਦਾ। ਸਿਰ ਦੇ ਉੱਤੇ ਛਤਰ ਝੁੱਲ ਰਿਹਾ, ਨੌਕਰ ਚੌਰ ਕਰ ਰਿਹਾ, ਹਾਥੀ ਦੇ ਹੌਦੇ ਵਿੱਚ ਮਾਲਕ ਬੈਠਾ ਹੈ, ਉਹਨੇ ਸਵਾਰੀ ਕਰਨ ਵਾਸਤੇ ਹਾਥੀ ਹੈ। ਨੌਕਰ ਚਾਕਰ ਸੇਵਾ ਕਰਨ ਵਾਸਤੇ ਮਹਿੰਗੇ ਦਸ਼ਾਲੇ ਨੇ, ਚੰਗਾ ਸਟੇਟਸ ਹੈ, ਲੋਕ ਰਿਸਪੈਕਟ ਕਰਨ ਵਾਸਤੇ ਨੇ। ਉਹ ਸਾਰਾ ਕੁਝ ਉਸ ਨੂੰ ਇੱਕ ਵਾਕ ਵਿੱਚ ਹੀ ਬਿਆਨ ਕਰ ਦਿੱਤਾ ਕਬੀਰ ਜੀ ਮਹਾਰਾਜ। ਕਹਿੰਦੇ ਕੀ ਹੋਇਆ ਜੇ ਤੇਰੇ ਕੋਲ ਇੰਨੀ ਪ੍ਰਭਤਾ ਹੈ, ਇੰਨੀ ਵਡਿਆਈ ਹੈ, ਤੇਰੇ ਕੋਲ ਕੋਈ ਪਦਵੀ ਹੈ, ਤੇਰੇ ਕੋਲ ਕੋਈ ਸ਼ੌਹਰਤ ਹੈ, ਤੇਰੇ ਕੋਲ ਕੋਈ ਸੰਪਦਾ ਹੈ, ਤੇਰੇ ਦਰਵਾਜ਼ੇ 'ਤੇ ਹਾਥੀ ਵੱਜੇ ਨੇ, ਭਾਵ ਤੂੰ ਬੜਾ ਵੱਡਾ ਆਦਮੀ ਹੈ, ਫਿਰ ਕੀ ਹੋਇਆ? ਇਸ ਨਾਲ ਕੀ ਫਰਕ ਪੈਂਦਾ? ਉਹਨਾਂ ਨੂੰ ਪੈਂਦਾ ਹੋਏਗਾ ਜਿਨ੍ਹਾਂ ਨੂੰ ਤੇਰੇ ਤੋਂ ਸਵਾਰਥ ਹੋਏਗਾ, ਅਤੇ ਉਹ ਵੀ ਝੂਠ ਹੈ। ਪਰ ਇਹਦੇ ਨਾਲ ਤੇਰੀ ਵਡਿਆਈ ਵਿੱਚ ਕੋਈ ਫਰਕ ਨਹੀਂ ਪੈਂਦਾ ਵੀ ਤੂੰ ਸੱਚਮੁੱਚ ਹੀ ਇਹਨਾਂ ਚੀਜ਼ਾਂ ਨਾਲ ਵੱਡਾ ਹੁੰਦਾ ਹੈ। ਇਹ ਸਭ ਇੱਥੇ ਧਰੇ ਧਰਾਏ ਰਹਿ ਜਾਣਗੇ। ਸਰੀਰ ਕਮਜ਼ੋਰ ਹੋਇਆ ਤਦੋਂ ਹੀ ਤੇਰੇ ਕੋਲੋਂ ਖੁੱਸ ਜਾਣਾ ਸਾਰਾ ਕੁਝ। ਸਾਹ ਨਿਕਲਣੇ ਤਾਂ ਦੂਰ ਨੇ, ਤਦੋਂ ਹੀ ਸਾਰਾ ਕੁਝ ਤੇਰੀਆਂ ਅੱਖਾਂ ਸਾਹਮਣੇ। ਕਈ ਵਾਰ ਇਹ ਸਾਰਾ ਕੁਝ ਦੂਜੇ ਦੇ ਕੋਲ ਚਲਾ ਜਾਂਦਾ ਹੈ। ਮਨੁੱਖ ਸਰੀਰਕ ਤੌਰ 'ਤੇ ਕਮਜ਼ੋਰ ਹੋਵੇ, ਤਾਕਤ ਘਟ ਜਾਏ ਜਾਂ ਪਦਵੀ ਖੁੱਸ ਜਾਏ, ਬੰਦਾ ਆਪਣੀਆਂ ਅੱਖਾਂ ਨਾਲ ਵੇਖਦਾ ਸਾਰਾ ਕੁਝ ਦੂਜੇ ਕੋਲ ਚਲਿਆ ਜਾਂਦਾ ਹੈ। ਤੋ ਗੁਰੂਰ ਕਾਹਦਾ, ਮਾਣ ਕਾਹਦਾ? ਜਿਹੜੀ ਚੀਜ਼ ਹੈ ਹੀ ਪਰਮਾਨੈਂਟਲੀ ਨਹੀਂ, ਉਹਦਾ ਕਾਹਦਾ ਗੁਰੂਰ ਹੈ? ਤਾਂ ਉਵੇਂ ਜੀਓ ਜਿਵੇਂ ਬਾਅਦ 'ਚ ਜੀਣਾ। ਕਿਸੇ ਅੱਜ ਕੋਈ ਚੀਜ਼ ਹੈ ਤਾਂ ਇਹ ਪ੍ਰਸ਼ਨ ਹੋ ਪੈਂਦਾ ਵੀ ਫਿਰ ਮੈਂ ਕਿਵੇਂ ਜੀਵਾਂ? ਧਰਮੀ ਮਨੁੱਖ ਕਹਿੰਦੇ ਨੇ ਉਵੇਂ ਜੀ ਜਿਵੇਂ ਕੱਲ੍ਹ ਇਹ ਚੀਜ਼ ਨਹੀਂ ਹੋਏਗੀ, ਅਤੇ ਉਦੋਂ ਜੀਵੇਂਗਾ ਨਾ। ਜਿਹੜਾ ਵਿਹਾਰ ਉਦੋਂ ਕਰਨਾ ਹੁਣੇ ਹੀ ਕਰ। ਇਹਨੂੰ ਕਿਹਾ ਤਾਣ ਹੁੰਦਾ
ਹੋਏ ਨਿਤਾਣਾ। ਵੀ ਤਾਕਤ ਹੈ ਪਰ ਗੁਰੂਰ ਤੋਂ ਰਹਿਤ ਹੋ ਕੇ ਜ਼ਿੰਦਗੀ ਜੀ, ਇਵੇਂ ਜੀ ਵੀ ਕੱਲ੍ਹ ਨੂੰ ਉਹ ਤਕਲੀਫ ਨਾ ਦੇਵੇ ਵੀ ਤਾਕਤ ਸੀ ਜੀ ਚਲੀ ਗਈ, ਸ਼ੌਹਰਤ ਸੀ ਚਲੀ ਗਈ, ਦੌਲਤ ਸੀ ਚਲੀ ਗਈ। ਜਿਸ ਤਰ੍ਹਾਂ ਦਾ ਸੁਭਾਅ ਬਾਅਦ ਵਿੱਚ ਰੱਖਣਾ ਹੈ, ਹੁਣ ਉਵੇਂ ਦਾ ਰੱਖ, ਤਾਂ ਕਿ ਬੋਝ ਨਾ ਰਹੇ, ਸੁਰਤ ਉੱਤੇ ਭਾਰ ਨਾ ਰਹੇ। ਤੇ ਇਸੇ ਲਈ ਸਾਨੂੰ ਉਹਨਾਂ ਚੇਤਾ ਕਰਵਾਇਆ, ਕਹਿੰਦੇ ਨੇ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਨ ਕਿਆ ਲੈ ਗਿਆ। ਇਹ ਗ੍ਰੰਥਾਂ ਵਿੱਚ ਲਿਖਿਆ, ਜਿਹੜੇ ਇਹ ਕਥਾਵਾਂ ਬਿਆਨ ਕਰਦੇ ਨੇ ਵੀ ਸੋਨੇ ਦੀ ਲੰਕਾ ਸੀ ਰਾਵਣ ਦੀ, ਭਾਵ ਬੜਾ ਅਮੀਰ ਰਈਸ ਰਾਜਾ, ਬੜਾ ਤਾਕਤਵਰ। ਉਹਨੂੰ ਦਹਿ ਸਿਰ ਵੀ ਲਿਖਿਆ, 10 ਸਿਰਾਂ ਵਾਲਾ, 4 ਵੇਦਾਂ ਦਾ ਗਿਆਤਾ, ਮੌਤ ਤੋਂ ਭੈ ਭੀਤ ਨਹੀਂ ਹੁੰਦਾ, ਕਾਲ ਨੂੰ ਪਾਵੇ ਨਾਲ ਬੰਦ ਹੈ, ਸੋਨੇ ਦੀ ਲੰਕਾ ਹੈ, ਬੜੀ ਤਾਕਤ ਹੈ ਉਹਦੇ 'ਚ, ਸਾਰਾ ਕੁਝ। ਕਹਿੰਦੇ ਨੇ ਸੋਨੇ ਦੀ ਲੰਕਾ ਵਾਲਾ ਉਹ ਰਾਵਣ ਕਿੱਥੇ ਹੈ? 4 ਵੇਦਾਂ ਦਾ ਗਿਆਤਾ, ਉਹਦੀ ਵਿਦਵਤਾ ਕਿੱਥੇ ਹੈ? ਕਾਲ ਉਹ ਪਾਵੇ ਨਾਲ ਬੰਨ੍ਹਦਾ ਹੈ, ਫਿਰ ਕਿਹੜਾ ਉਹ ਕਾਲ ਦਾ ਖਾਜਾ ਨਹੀਂ ਬਣਿਆ? ਜਿੰਨੀ ਵਡਿਆਈ, ਜਿੰਨੀ ਤਾਕਤ ਉਹਦੀ ਬਿਆਨ ਕੀਤੀ ਹੈ ਵੀ ਉਹ ਦਹਿ ਸਿਰ ਹੈ, 10 ਸਿਰਾਂ ਵਾਲਾ, 4 ਵੇਦਾਂ ਦਾ ਗਿਆਤਾ, ਕਾਲ ਮੌਤ ਨੂੰ ਪਾਵੇ ਨਾਲ, ਭਾਵ ਆਪਣੀ ਹੁਕਮ ਦੇ ਵਿੱਚ ਰੱਖਦਾ ਹੈ, ਬੜੀ ਅਮੀਰ ਰਿਆਸਤ ਦਾ ਮਾਲਕ ਹੈ, ਲੰਕਾ ਦਾ ਰਾਜਾ ਹੈ, ਸੋਨੇ ਦੀ ਲੰਕਾ ਹੈ, ਇੰਨੀ ਤਾਕਤ ਹੈ, ਇਹ ਸਾਰਾ ਕੁਝ। ਫਿਰ ਕਬੀਰ ਸਾਹਿਬ ਜੀ ਚੇਤਾ ਕਰਾਉਂਦੇ, ਮੂਰਖ ਰਾਵਨ ਕਿਆ। ਫਿਰ ਵੀ ਉਹ ਆਪਣੀ ਹੈਂਕੜ ਤੇ ਹੰਕਾਰ ਜੋ ਕਥਾਵਾਂ ਨੇ ਬਿਆਨ ਕੀਤਾ, ਉਹਦਾ ਹਵਾਲਾ ਕਬੀਰ ਜੀ ਮਹਾਰਾਜ ਦੇ ਰਹੇ ਨੇ। ਫਿਰ ਉਹ ਕੀ ਲੈ ਕੇ ਗਿਆ? ਕਿਹੜੀ ਚੀਜ਼ ਕੰਮ ਆਈ ਉਹਦੇ? ਨਾ ਲੰਕਾ ਕੰਮ ਆਈ, ਨਾ 4 ਵੇਦਾਂ ਦੀ ਸਿਮਰਤੀ ਕੰਮ ਆਈ, ਜਿਹੜਾ ਕਾਲ ਪਾਵੇ ਨਾਲ ਬੱਝਾ ਨਾ ਉਹ ਤਾਕਤ ਕੰਮ ਆਈ। ਕਿਹੜੀ ਚੀਜ਼ ਹੈ ਜਿਹੜੀ ਉਹਦੇ ਕੰਮ ਆਈ? ਕਿਹੜੀ ਚੀਜ਼ ਹੈ ਜਿਹਨੇ ਉਹਨੂੰ ਪਰਮੇਸ਼ਰ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਲਿਆ? ਕਿਸੇ ਨੇ ਵੀ ਨਹੀਂ। ਤੇ ਜਦੋਂ ਐਡੇ ਐਡੇ ਚੱਕਰਵਰਤੀ ਨਹੀਂ ਰਹੇ, ਤਾਕਤਵਰ ਨਹੀਂ ਰਹੇ, ਅਮੀਰ ਨਹੀਂ ਰਹੇ, ਧਰਮ ਗ੍ਰੰਥਾਂ ਦੀ ਵਿਦਿਆ ਦੇ ਗਿਆਤਾ ਨਹੀਂ ਰਹੇ, ਕਿ ਤੂੰ ਕੀ ਹੈ? ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਨ ਕਿਆ ਲੈ ਗਿਆ। ਫਿਰ ਕਹਿੰਦੇ ਕਹਿ ਕਬੀਰ ਕਿਛ ਗੁਣ ਵਿਚਾਰ। ਕਬੀਰ ਜੀ ਮਹਾਰਾਜ ਸਾਨੂੰ ਫਿਰ ਸਲਾਹ ਦਿੰਦੇ ਨੇ, ਸਾਰੀਆਂ ਚੀਜ਼ਾਂ ਸਮਝਾਉਣ ਤੋਂ ਬਾਅਦ, ਉਦਾਹਰਨਾਂ ਦੇਣ ਤੋਂ ਬਾਅਦ, ਇਹ ਕਬੀਰ ਆਖ ਅਸੀਂ ਆਪਣੇ ਮਨ ਨੂੰ ਸਮਝਾਈ ਵੀ ਕੁਝ ਭਲਾਈ ਕਰ, ਕੋਈ ਪਰਉਪਕਾਰ ਕਰ, ਕੋਈ ਚੰਗਾ ਕੰਮ ਕਰ, ਕੋਈ ਭਲੇ ਦਾ ਕਰਮ ਕਰ ਜੀਵਨ ਵਿੱਚ, ਜਿਹੜੀ ਚੀਜ਼ ਤੇਰੀ ਆਤਮਾ ਨੂੰ ਖੁਸ਼ੀ ਦੇਵੇ, ਉਤਸ਼ਾਹ ਦੇਵੇ, ਖੇੜਾ ਬਖਸ਼ੇ। ਗੁਣ ਦਾ ਅਰਥ ਹੈ ਉਪਕਾਰ, ਭਲਾ ਕੰਮ, ਨੇਕੀ ਦਾ ਕੰਮ, ਚੰਗਿਆਈ ਦਾ ਕੰਮ। ਮਨੁੱਖ ਜਦੋਂ ਬੁਰਾ ਕਰਦਾ ਹੈ ਤੇ ਅੰਦਰ, ਆਪਣੇ ਅੰਦਰ, ਭਾਵੇਂ ਉਹ ਬੁਰਾ ਕਿਸੇ ਦਾ ਕਰਦਾ ਹੈ, ਪਰ ਆਪਣੇ ਅੰਦਰ ਮੈਲ ਜਮ੍ਹਾਂ ਕਰ ਲੈਂਦਾ ਹੈ। ਤੇ ਸਤਿਗੁਰੂ ਨੇ ਕਿਹਾ ਵੀ ਜਿਹੜਾ ਪਾਪ ਹੈ ਜਾਂ ਬੁਰਾਈ ਹੈ, ਉਹ ਤੁਹਾਡੇ ਅੰਦਰ ਡਰ ਤੇ ਸਹਿਮ ਇਕੱਠਾ ਕਰ ਦਿੰਦੀ, ਉਹੀ ਮੈਲ ਹੈ। ਇੱਕ ਤਾਂ ਮਨ ਆਤਮਾ ਮੈਲੇ ਹੁੰਦੇ ਨੇ, ਇੱਕ ਸਹਿਮ ਤੇ ਡਰ ਤੁਹਾਡੇ ਅੰਦਰ ਇਕੱਠਾ ਹੁੰਦਾ ਜਾਂਦਾ ਹੈ। ਭਲਾਈ, ਚੰਗਿਆਈ, ਨੇਕੀ, ਸਬਾਬ, ਪੁੰਨ ਦਾ ਕਰਮ ਤੁਹਾਡੇ ਅੰਦਰ ਖੇੜਾ ਪੈਦਾ ਕਰਦਾ ਹੈ, ਸੁਰਤ ਤੇ ਮਨ ਨੂੰ ਪਵਿੱਤਰ ਕਰਦਾ ਹੈ ਤੇ ਅੰਦਰ ਨੂੰ ਬੋਝ ਤੋਂ ਰਹਿਤ ਕਰਦਾ ਹੈ। ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਲਈ ਸਮਝਾਉਂਦੇ ਨੇ ਕਿਛ ਗੁਣ ਵਿਚਾਰ, ਕੁਝ ਭਲੇ ਕਰਮ ਦੀ ਵਿਚਾਰ ਕਰ, ਕੋਈ ਪੁੰਨ ਦਾ ਕਰਮ ਕਰ, ਕੋਈ ਉਪਕਾਰ ਦਾ ਕਰਮ ਕਰ, ਕੋਈ ਚੰਗਾ ਕਰਮ ਕਰ। ਚੱਲੇ ਜੁਆਰੀ ਦੋਏ ਹੱਥ ਝਾੜ, ਵਰਨਾ ਜੁਆਰੀਆਂ ਵਾਂਗ ਦੋਵੇਂ ਹੱਥ ਝਾੜ ਕੇ ਉੱਠਣਾ ਪਏਗਾ। ਜੁਆਰੀ ਕੀ ਕਰਦਾ ਹੈ? ਜੂਆ ਖੇਡਣ ਕੋਈ ਜਾਂਦਾ ਹੈ, ਘਰੋਂ ਪੈਸੇ ਲੈ ਕੇ, ਮਿਹਨਤ ਦੇ ਪੈਸੇ ਘਰੋਂ ਲੈ ਕੇ ਜਾਂਦਾ ਹੈ, ਉਮੀਦ ਰੱਖਦਾ ਵੀ ਇਹਦੇ ਨਾਲ ਮੈਂ ਬੜੀ ਦੌਲਤ ਕਮਾਉਣੀ, ਦਾ ਚੰਗਾ ਲੱਗ ਗਿਆ ਤਾਂ
ਪਰ ਉਹਦੇ ਨਾਲ ਵਾਪਰਦਾ ਕੀ, ਜਿਹੜੇ ਘਰੋਂ ਲੈ ਕੇ ਗਿਆ ਹੋਰ ਤੇ ਕੀ ਖੱਟਣੇ, ਜਿਹੜੇ ਲੈ ਕੇ ਗਿਆ ਉਹ ਵੀ ਹਾਰ ਕੇ ਹੱਥ ਝਾੜ ਕੇ ਖਾਲੀ ਹੱਥ ਘਰੋਂ ਆ ਜਾਂਦਾ। ਲੋੜਾਂ ਜਿਹੜੀਆਂ ਪੂਰੀਆਂ ਕਰਨ ਵਾਸਤੇ ਪੈਸੇ ਕਮਾਏ ਸਨ ਨਾ, ਉਹ ਵੀ ਜੂਏ 'ਚ ਹਾਰ ਗਿਆ। ਕਹਿੰਦੇ ਨੇ ਹੇ ਮਨੁੱਖ ਤੇਰੀ ਦਸ਼ਾ ਉਹ ਹੈ, ਸਾਹ ਬੜੇ ਕੀਮਤੀ ਸਨ, ਸਮਾਂ ਬੜਾ ਕੀਮਤੀ ਸੀ, ਵਕਤ ਬੜਾ ਅਹਿਮੀਅਤ ਰੱਖਦਾ ਸੀ ਔਰ ਚਾਂਸ ਬੜਾ ਵਧੀਆ ਸੀ। ਇਹ ਸਾਰਾ ਕੁਝ ਤੂੰ ਦਾਅ 'ਤੇ ਲਾ ਕੇ ਤੇ ਖੱਟਿਆ ਕੱਖ ਵੀ ਨਹੀਂ, ਤੇ ਜੁਆਰੀਆਂ ਵਾਂਗ ਹਾਰ ਕੇ ਜੂਏ 'ਚੋਂ, ਜੀਵਨ ਦੀ ਖੇਡ 'ਚੋਂ ਖਾਲੀ ਹੱਥ ਤੂੰ ਤੁਰ ਗਿਆ। ਤੇਰੇ ਪੱਲੇ ਵਿੱਚ ਕੀ ਹੈ? ਸਵਾਲ ਇਹ ਹੈ ਕਿ ਤੇਰੇ ਪੱਲੇ ਵਿੱਚ ਕੀ ਹੈ, ਤੇਰੇ ਕੋਲ ਕੀ ਹੈ, ਉਹ ਕਿਹੜੀ ਚੀਜ਼ ਹੈ ਜੋ ਤੇਰੀ ਹੈ। ਜਦੋਂ ਮਨੁੱਖ ਇਹ ਆਪਣੇ ਆਪ ਨੂੰ ਪੁੱਛਦਾ ਵੀ ਉਹ ਕਿਹੜੀ ਵਸਤੂ ਹੈ ਜਿਹੜੀ ਮੇਰੀ ਹੈ, ਜੋ ਮੇਰੀ ਹੈ, ਆਪਣੀ ਕਮਾਈ ਹੈ ਜਿਹੜੀ। ਬੰਦਾ ਕਹਿੰਦਾ ਮੇਰਾ ਘਰ, ਮੇਰੀ ਪ੍ਰੋਪਰਟੀ, ਮੇਰਾ, ਨਹੀਂ, ਕੁਝ ਨਹੀਂ। ਤੇਰੀ ਕਦੋਂ ਹੈ? ਫਿਰ ਰਿਸ਼ਤਾ ਤੇ ਵੇਖ ਕਿੰਨਿਆਂ ਦੇ ਨਾਂ ਹੋ ਚੁੱਕੀ ਹੈ। ਤੂੰ ਜ਼ਰਾ ਕੁੱਚਾ ਬੋਲ ਕੇ ਵੇਖ, ਖੋਹਣ ਵਾਲਿਆਂ ਨੇ, ਘਰਦਿਆਂ ਨੇ ਖੋਹ ਕੇ ਪਰੇ ਹੋ ਤੈਨੂੰ ਕਰ ਦੇਣਾ। ਤੇਰਾ ਕੁਝ ਵੀ ਨਹੀਂ। ਸੱਚਾਈ ਹੈ ਵੀ ਤੇਰਾ ਆਪਣਾ ਕੀ ਹੈ? ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਸ ਕਰਕੇ ਉਹ ਹੈ ਜੋ ਮੈਂ ਕਮਾਇਆ, ਜੋ ਮੈਂ ਜਾਣਿਆ, ਜੋ ਮੈਂ ਪਾਇਆ, ਜਿਹਨੂੰ ਮੈਂ ਜੀਵਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਦੇ ਪਾਵਨ ਬੋਲ, ਇਹ ਬਚਨ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ, ਹਿੱਸਾ ਬਣ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।